ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਇਤਿਹਾਸਕ ਸ਼ਾਲੀਮਾਰ ਬਾਗ ਕਪੂਰਥਲਾ ਦੇ ਪੁਰਾਤਨ ਕਬਰਗਾਹ ਵਿੱਚ ਪਿਛਲੇ ਮਹੀਨੇ 17 ਫਰਵਰੀ ਨੂੰ ਪ੍ਰਵਾਸੀ ਨੌਜਵਾਨ ਪ੍ਰੀਤਮ ਸਿੰਘ ਜ਼ਿਲ੍ਹਾ ਬਿਜਨੌਰ ਯੂਪੀ ਦੀ ਲਾਸ਼ ਬਰਾਮਦ ਹੋਈ ਸੀ ਤੇ ਉਸ ਦੀ ਜਾਂਚ ਹਾਲੇ ਤੱਕ ਨਹੀਂ ਹੋਈ, ਜਦੋਂ ਕਿ ਪਰਿਵਾਰ ਮੁਤਾਬਕ ਮਰਨ ਵਾਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ, ਜਿਸ ਵਿੱਚ ਸਾਫ਼ ਹੈ ਕਿ ਉਹ ਆਖਰੀ ਵਾਰ ਸੋਨੂ ਨਾਮਕ ਸ਼ਖਸ ਨੂੰ ਮਿਲਿਆ ਸੀ। ਇਸ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਪ੍ਰੀਤਮ ਦੀ ਲਾਸ਼ ਮਿਲੀ ਸੀ ਉਸ ਸਮੇਂ ਉਸ ਦੀ ਅੰਗੂਠੀ, ਘੜੀ ਤੇ ਨਕਦੀ ਗਾਇਬ ਸੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਬਹਰਾਲ ਐਸਐਚਓ ਦਾ ਕਹਿਣਾ ਹੈ ਕਿ ਉਹ ਜਾਂਚ ਨੂੰ ਅੱਗੇ ਤੋਰ ਰਹੇ ਹਨ ਤੇ ਜਲਦੀ ਹੀ ਮੁਜਰਮ ਫੜਿਆ ਜਾਵੇਗਾ। देखो जी, मैं ਉਹਦੇ ਬਾਰੇ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਪਿਛਲੀ ਜੋ ਮਿਲੀ ਸੀਗੀ 17 ਤਰੀਕ ਨੂੰ ਜਿਹੜੀ ਲਾਸ਼ ਮਿਲੀ ਆਪਾਂ ਨੂੰ ਸ਼ਾਲੀਮਾਰ ਬਾਗ ਦੇ ਵਿੱਚੋਂ, ਜਿਹੜੀ ਆਪਣਾ ਉੱਥੇ ਰਾਜੇ ਦੀਆਂ ਕਬਰਾਂ ਬਣੀਆਂ ਹੋਈਆਂ ਨਾ, ਉੱਥੋਂ ਲਾਸ਼ ਮਿਲੀ ਸੀ, ਡੈੱਡ ਬੋਡੀ ਜਿਹੜੀ ਮਿਲੀ ਸੀ। ਉਹ ਬੰਦਾ ਜਿਹੜਾ ਸੀਗਾ ਜਦੋਂ ਆ ਪਿੰਡੋਂ ਆਇਆ ਵਾ ਮਨਸੂਰਵਾਲ ਬਾਈਪਾਸ ਉਤਰਿਆ, ਬਾਈਪਾਸ ਉਤਰ ਕੇ ਉਹ ਕਿਸੇ ਬੰਦੇ ਦੇ ਘਰ ਗਿਆ ਵਾ ਜੋ ਕਿ ਸੋਨੂ ਨਾਂ ਦਾ ਮੁੰਡਾ ਵਾ, ਮਨਸੂਰਵਾਲ ਰਹਿੰਦਾ ਗੁਰਦੁਆਰੇ ਦੇ ਕੋਲ, ਉਹਦੇ ਕੋਲ ਗਿਆ। ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਫੋਨ ਕੀਤਾ, ਉਹਨੂੰ ਪੁੱਛਿਆ ਗਿਆ ਕਿ ਹਾਂ ਵੀ ਕਿੱਥੇ ਆ, ਉਹਨੇ ਦੱਸਿਆ ਕਿ ਮੈਂ ਮਨਸੂਰਵਾਲ ਉਤਰ ਕੇ ਕਿ ਫਲਾਣੇ ਦੇ ਘਰ ਚਲੇ ਗਿਆ ਵਾਂ ਔਰ ਇੱਥੋਂ ਚਾਹ ਪਾਣੀ ਪੀਤੇ ਨਾਸ਼ਤਾ ਕਰਕੇ ਤੇ ਮੈਂ ਆ ਰਿਹਾ ਵਾਂ। ਉਸ ਤੋਂ ਬਾਅਦ ਅਸੀਂ ਥੋੜੀ ਦੇਰ ਬਾਅਦ ਉਹਦੇ ਬ੍ਰਦਰ ਨੇ, ਉਸ ਮੁੰਡੇ ਦੇ ਬ੍ਰਦਰ ਨੇ ਜਦੋਂ ਫੋਨ ਕੀਤਾ ਉਹਨਾਂ ਨੇ ਇਹ ਦੱਸਿਆ ਕਿ ਵੀ ਉਹ ਮੁੰਡਾ ਜਿਹੜਾ ਵਾ ਤੁਹਾਡਾ ਆਇਆ ਸੀਗਾ ਤੇ ਚਾਹ ਪਾਣੀ ਪੀ ਕੇ ਇੱਥੋਂ ਚਲੇ ਗਿਆ ਵਾ। ਉਸ ਤੋਂ ਬਾਅਦ ਜਾਣ ਤੋਂ ਬਾਅਦ ਉਹ ਚਲੇ ਗਿਆ। ਬਾਅਦ 'ਚ ਉਸ ਦੀ ਅਸੀਂ ਭਾਲ ਕੀਤੀ, ਉਹ ਬੰਦਾ ਸਾਨੂੰ 2 ਦਿਨ ਤੱਕ ਨਹੀਂ ਲੱਭਿਆ ਤਾਂ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾਹ ਕੀਤੀ ਗਈ। 16 ਤਰੀਕ ਨੂੰ ਪੁਲਿਸ ਨੂੰ ਇਤਲਾਹ ਕੀਤੀ ਅਸੀਂ। ਇਤਲਾਹ ਦੇਣ ਤੋਂ ਬਾਅਦ ਅਸੀਂ ਉਸ ਬੰਦੇ ਦਾ ਨਾਮ ਲਿਖਾਇਆ ਕਿ ਉਸ ਬੰਦੇ ਦੇ ਕੋਲ ਗਏ, ਉੱਥੋਂ ਸਾਡਾ ਬੰਦਾ ਲਾਪਤਾ ਹੋ ਗਿਆ, ਲੇਕਿਨ ਉਹ ਬੰਦਾ ਸਾਨੂੰ ਨਹੀਂ ਮਿਲਿਆ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਗਈ, ਇੱਕ ਵਾਰੀ ਗਈ, ਉਸ ਤੋਂ ਬਾਅਦ ਪੁਲਿਸ ਨਹੀਂ ਗਈ। ਉਸ ਤੋਂ ਬਾਅਦ ਕੀ ਹੋਇਆ, ਸਾਨੂੰ 17 ਤਰੀਕ ਨੂੰ ਉਹਦੀ ਸ਼ਾਮ ਨੂੰ ਡੈੱਡ ਬੋਡੀ ਮਿਲੀ ਆ ਸ਼ਾਲੀਮਾਰ ਬਾਗ 'ਚੋਂ ਡੈੱਡ ਬੋਡੀ ਮਿਲੀ ਗਈ ਆ। ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕਿਹਾ ਵੀ, ਦੱਸਿਆ ਵੀ ਕਿ ਵੀ ਉਸ ਵਿੱਚ ਜਿਹੜੀ ਦਰਖਾਸਤ ਦਿੱਤੀ ਸੀ ਉਹਨੂੰ ਦੱਸਿਆ ਗਿਆ ਸੀਗਾ ਕਿ ਫਲਾਣਾ ਬੰਦਾ ਇੱਦਾਂ ਦਾ ਕਰਕੇ ਨਾਲ ਸੀ ਇਹਦੇ, ਉਹਨੂੰ ਪੁੱਛਗਿੱਛ ਕੀਤੀ ਜਾਵੇ ਤਾਂ ਕਿ ਪਤਾ ਚੱਲੇ ਇਸ ਦੀ ਮੌਤ ਦਾ ਕਾਰਨ ਕੀ ਆ, ਇਹਦੀ ਮੌਤ ਕਿਸ ਤਰ੍ਹਾਂ ਹੋਈ। ਕਿਉਂਕਿ ਉਸਨੇ ਜਦੋਂ ਆਇਆ ਸੀਗਾ ਉਸਨੇ ਸਾਰਾ ਸਮਾਨ ਉਹਦੇ ਕੋਲ ਸੀਗਾ, ਉਹਦਾ ਮੋਬਾਈਲ, ਸੋਨੇ ਦੀ ਚੈਨੀ, ਸੋਨੇ ਦੀ ਮੁੰਦਰੀ, ਕਿਉਂਕਿ ਉਸਦਾ ਵਿਆਹ ਹੋਇਆ ਸੀਗਾ 2 ਮਹੀਨੇ ਪਹਿਲਾਂ ਉਹਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਉਹ ਸਿੱਧਾ ਇੱਥੇ ਹੀ ਆਇਆ ਔਰ ਸਮਾਨ ਸਮੂਨ ਪਾਇਆ ਸੀਗਾ, ਬੈਗ ਸੀ ਉਹਦੇ ਕੋਲ ਆਪਣਾ ਜਿਹੜਾ ਸੀਗਾ ਨਾਲ, ਉਸਦਾ ਸਮਾਨ ਕੋਈ ਨਹੀਂ ਮਿਲਿਆ ਕਿ ਉਹ ਸਮਾਨ ਕਿੱਥੇ ਗਿਆ। ਪੁਲਿਸ ਨੂੰ ਇਹ ਦੱਸਿਆ ਵੀ ਕਿ ਇਹਦੀ ਪੁੱਛਗਿੱਛ ਕੀਤੀ ਜਾਵੇ, फलाने बंदे पुछगिछ की जाए। सर मैं कह रहा हूँ 15 तारीख को आया था, 15/2/2021 को। उसे काम वास्ते इतने बुलाया गए थे, यहीं पे रहते थे हम, काफ़ी देर से इतने रहते हैं, फुल का काम करते हैं जी। वो आया सवेरे के नाम जलंधर बाईपास से उतरा, उसके बाद वो मंसूरवाल गया जी, जिथे असी रहते थे पहले। उत्थे जाने के बाद क्या नाम वो शांति आंटी के घर गया, उसका एक मुंडा भी है सोनू नाम का जी, उसके घर गया। वहाँ से जब मैंने पूछताछ की तो आंटी ने मुझे बताया कि इतने आया सी तो चाय पी के वो चल गया, ठीक है जी। फिर हमने सीसीटीवी में फ़ोटोज़ देखी तो मुंडे के साथ यानी कि प्रीतम के साथ उसका मुंडा भी सही है। उसके बाद वो हमें पता नहीं लगा जी हमारा भाई कहाँ गया जी। हम 2 दिन तक ढूंढते रहे, उसको काफ़ी ढूंढा। तीसरे दिन उसकी डेड बॉडी मिली शालीमार बाग में पड़ी हुई। ਬੀਤੇ ਦਿਨੀ ਕੋਰੋਨਾ ਪੋਜ਼ਿਟਿਵ ਪਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਉਹਨਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਚਾਲ ਜਾਣਿਆ। इस दौरान उन्होंने वीडियो कॉल राही सुखबीर बादल के तंदुरुस्त होने की कामना भी की। उन्होंने आशीर्वाद दिता। दसणयोग है कि सुखबीर बादल गुरुग्राम के मैदान हस्पताल विच इलाज के अधीन हैं। कोरोना के वध रहे संकट को वेखते हुए पुलिस ने अमृतसर प्रशासन द्वारा बनाए नियमों की उलंघना करने वालियां नाल नजिठण लई सख्त कर दिता गया है। अमृतसर के लोगों को पुलिस ने मास्क नहीं पहनने वाले लोगों के खिलाफ सड़क ते चलान कट्टे गए हैं। अमृतसर में कोरोना की गिनती निरंतर बढ़ती जा रही है, जिस कारण सेहत विभाग और पुलिस प्रशासन चेतन रूप में लोगों को जागरूक करन अते कोरोना तो बचण लई इन्हां शर्तों को बराई रखने की अपील कर रहे हैं। मेरा नाम डॉक्टर पूजा बत्रा है। मैं मोबाइल वैन 2 में इस टाइम हूँ। मेरे साथ मेरी पूरे टीम मेंबर्स हैं। इस टाइम हम इस टाइम लॉरेंस रोड नाका पे खड़े हैं। इस टाइम पुलिस वाले हमारा पूरा सहयोग देते हुए चालान काट रहे हैं। जिन लोगों ने मास्क नहीं पहने और जो लोग मास्क के बगैर जा रहे हैं उन लोगों को पकड़ के हमारे पास लाया जा रहा है, ताकि उन लोगों को ये बताया जा सके कि मास्क कितना ज़रूरी है। और कोविड चूँकि इस टाइम बिल्कुल पीक पे है, तो हम उसे रोकने के लिए मास्क का इम्पोर्टेंस बताने के लिए उनके हम रैपिड टेस्ट कर रहे हैं। इस टाइम मैं कम से कम 22 टेस्ट कर चुकी हूँ, जिसमें अभी तक तो कोई पॉजिटिव नहीं आया है। इन केस कोई पॉजिटिव आता है तो हम उससे होम आइसोलेशन का फॉर्म भरवाते हैं। उस होम आइसोलेशन में हम उन्हें बताते हैं कि उनको घर में ही रहना है और
घर से बाहर नहीं निकलना है। इस दौरान हमारी सरकारी टीम्स जो हैं उनको अप्रोच करती हैं और घर में एक किट दी जाती है उनको, जिसमें कुछ दवाइयाँ और कुछ मल्टीविटामिन दिए जाते हैं। इन केस उनकी तबीयत बिगड़ती है, क्योंकि उसमें पल्स ऑक्सीमीटर वगैरह भी रहता है, जिसमें उनको पता लग जाता है कि उनकी सांस की तकलीफ या फिर उनको और सिम्टम्स जो हैं वो आ तो नहीं रहे। इन केस वो सिम्टम्स बढ़ते हैं तो हम उन्हें रेफ़र करने के लिए बोलते हैं कि गुरु नानक हॉस्पिटल या फिर किसी प्राइवेट में आप दाखिल हो जाएं। और इन केस उसके बावजूद अगर उनकी तबीयत गड़बड़ होती है तो हमें हायर अथॉरिटीज़ के पास रेफ़र किया जाता है। जिन लोगों में मन में डर है कि कोरोना टेस्ट होने से पता नहीं क्या हो जाएगा, उसको क्या उनको क्या ऐसा कुछ भी नहीं है। कोरोना टेस्ट कराएंगे तभी तो पता लगेगा कि हम पॉजिटिव हैं या नेगेटिव हैं। इस टाइम तो ये है कि हम रोज़ाना कर रहे हैं, उसमें पॉजिटिव केसेस हमें बहुत ज़्यादा आ रहे हैं, तो हमें लोगों का साथ चाहिए। साथ साथ में प्रशासन की पूरी स्ट्रिक्ट गाइडलाइंस का ये लोग करें, साथ दें हमारा, और टेस्ट ज़रूर कराएं। सर क्या नाम है आपका? वो जो स्पेशल नाका लगाया गया बिना मास्क वाले, उसका चालान काटा जा रहा है, क्या क्या प्रणाली की जा रही है? मैं सब इंस्पेक्टर मोहित, इंचार्ज लॉरेंस रोड। तो फिलहाल जो कोविड की गाइडलाइंस है वो हम लोग फॉलो करवा रहे हैं। जो पब्लिक के बीच में अवेयरनेस प्लस पब्लिक का ये कि मास्क पहन के आएँ, तो उसके लिए हमारे पास मेडिकल टीम हमारे साथ आई हुई है। तो मेडिकल टीम के साथ ही उसकी सपोर्ट से हम जो लोग विदाउट मास्क हैं उनके हम टेस्ट करवा रहे हैं रैपिड मौके पे। तो यही है फिलहाल गाइडलाइन सब फॉलो करवा रहे हैं। जो लोग बिना मास्क आ रहे हैं उनको समझाया भी जाए, जहाँ वार्निंग दी जा रही है, जहाँ टेस्ट करा के उनको छोड़ा दिया जाए? नहीं, बिल्कुल वार्निंग भी दे रहे हैं उनको। मास्क हम अपनी तरफ से डिस्ट्रीब्यूट भी कर रहे हैं, उनका टेस्ट करवा के, अगर विदाउट मास्क उनका टेस्ट करवा रहे हैं मेडिकल टीम की सपोर्ट से, और उनको मास्क दे के हम वापस भेज रहे हैं फॉर द टाइम बिंग कि नेक्स्ट टाइम वो ऐसा ना करें, मास्क पहन के आएँ। तो लोगों को क्या अपील करना चाहेंगे जो बिना मास्क आ रहे हैं, जहाँ टेस्ट नहीं करा? बिल्कुल लोगों का अपील, लोगों का अवेयरनेस बहुत ज़रूरी है। हर पर्सन जो है अपना मास्क पहन के आए, पब्लिक में सोशल डिस्टेंस मेंटेन करें। पब्लिक को अवेयर खुद भी होना पड़ेगा, क्योंकि कोरोना की महामारी बहुत फैल रही है। तो वी हैव टू इंश्योर कि हर बंदा जो है वो मास्क पहन के आए और अपना सोशल डिस्टेंस मेंटेन करे। ਫਿਲਮ ਪ੍ਰੋਡਿਊਸਰ ਅਤੇ ਸ਼ੀਅਮ ਸੈਂਟਰਲ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਦੇ ਵੱਲੋਂ ਧਾਰਮਿਕ ਗ੍ਰੰਥ ਕੁਰਾਨ ਨੂੰ ਲੈ ਕੇ ਕੀਤੀ ਟਿੱਪਣੀ ਦੇ ਵਿਰੋਧ ਵਿੱਚ ਰੂਪਨਗਰ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵਸੀਮ ਰਿਜ਼ਵੀ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਰੂਪਨਗਰ ਦੀ ਜਾਮਾ ਮਸਜਿਦ ਤੋਂ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਬਾਜ਼ਾਰ ਤੋਂ ਹੁੰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਵਿਖੇ ਪਹੁੰਚਿਆ, ਜਿੱਥੇ ਮੁਸਲਿਮ ਭਾਈਚਾਰੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਰਾਸ਼ਟਰਪਤੀ ਦੇ ਨਾਮ ਤੇ ਵਸੀਮ ਰਿਜ਼ਵੀ ਦੇ खिलाफ कार्रवाई करने के लिए एक मंग पत्र भी दिता गया। वसीम रिजवी जो कि यूपी का लखनऊ शहर है, वहाँ का रहने वाला है, उसने मुसलमानों के पवित्र ग्रंथ कुरान के ख़िलाफ़ कुछ आवाज़ निकाली है और उसने कहा है कि कुरान में कुछ आयतें ऐसी हैं 26 उनको कुरान से निकाल दिया जाए। तो आज सारे रोपड़ के मुसलमान उसके ख़िलाफ़ जुमे की नमाज के बाद रोष मार्च निकाला और वो डीसी के यहाँ पहुँचे और वहाँ उन्होंने मांग पत्र दिया। उसके अंदर उन्होंने मांग की कि कुरान के ख़िलाफ़ जो उसने आवाज़ उठाई है उसको सज़ा दी जाए, और उसकी सज़ा ये है कि उसका सर कलम किया जाए या उसको फांसी दी जाए। क्योंकि जो कुरान है ये खुदा का सच्चा कलाम है, हमारा ईमान है इसके ऊपर कि खुदा का सच्चा कलाम है। जो भी आदमी इसके ख़िलाफ़ बोलेगा तो वो खुदा का दुश्मन है। तो इसलिए आज सभी मुसलमान, जिसमें इंतज़ामिया कमेटी के सारे मेंबरान और तमाम मुसलमान रोपड़ रोष प्रकट कर रहे हैं। रोष प्रकट उन्होंने कर दिया है और डीसी को मेमोरेंडम जो है वो दे दिया है। वसीम रिजवी भी क्या मुसलमान है? वो शिया बिरादरी से ताल्लुक़ रखता है, कुरान को ही मानता है। वो भी कुरान को मानता है, लेकिन कुरान को मानने वाला नहीं है जी। शिया बिरादरी से उसको धर्म से बर्खास्त कर दिया गया। बिरादरी का कुरान को मानती नहीं है। नहीं, कुरान मानती है। फिर ये क्यों ऐसा क्यों कर रही है? वो कुछ शरारती लोगों के शिकंजे के अंदर फंसा हुआ है और उसने मतलब ये है कि उनके साथ मिलकर एक बहुत बड़ा भवंडर मचाया है। क्योंकि आज इलेक्शन जो है वो हिंदुस्तान के अंदर 5 स्टेट के अंदर हो रहे हैं, वहाँ उसके अंदर सियासी फ़ायदा हासिल करने के लिए, ताकि मुसलमानों को दो फाड़ किया जाए, उनको भड़काया जाए और फिर मुसलमान जो है ना वो सड़कों के ऊपर उतरे और पुलिस उनके ऊपर डंडे बजाए और उससे जो है वो राजनीतिक फ़ायदा हासिल करे। ये मकसद है। अगर टेस्ट किया जा रहा है, मंग पत्र दिता जा रहा है, अगर ਇਹਦੇ ਵਿੱਚ कार्रवाई नहीं ਹੁੰਦੀ ਇਸ ਦੇ ਖਿਲਾਫ ਤੇ ਅਗਲਾ ਕੀ ਸਟੈਪ ਰਹੂਗਾ ਤੁਹਾਡਾ ਜੀ? ਇਹ ਮੰਗ ਪੱਤਰ ਪੂਰੇ ਹਿੰਦੁਸਤਾਨ 'ਚ ਦਿੱਤੇ ਗਏ ਆ ਜੀ। ਜਿਹੜੀਆਂ ਵੱਡੀਆਂ ਵੱਡੀਆਂ ਤਨਜ਼ੀਮਾਂ ਹੈ ਸਾਡੀਆਂ, ਸਭ ਨੇ ਮੰਗ ਪੱਤਰ ਦਿੱਤੇ ਨੇ ਤੇ ਸਭ ਦਾ ਆਹੀ ਫੈਸਲਾ ਹੈ ਵੀ ਜਦ ਤੱਕ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਇਹ ਸਾਡੀ ਜੰਗ ਜਾਰੀ ਰਹੇਗੀ। ਅਸੀਂ ਇਹਦੇ ਵਾਸਤੇ ਜਿੱਦਾਂ ਸਾਨੂੰ ਉੱਪਰੋਂ ਆਦੇਸ਼ ਆਣਗੇ ਅਸੀਂ ਉਹਦੇ ਮੁਤਾਬਿਕ ਅਗਲੀ ਕਾਰਵਾਈ ਵੀ ਕਰਾਂਗੇ। ਸਾਨੂੰ ਉਹਦੇ ਵਾਸਤੇ ਸੜਕਾਂ ਤੇ ਉਤਰਨਾ ਪਵੇ, ਕੁਝ ਵੀ ਕਰਨਾ ਪਵੇ, ਮੁਸਲਮਾਨ ਕਿਸੇ ਵੀ ਕੀਮਤ ਤੇ ਕੁਰਾਨ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗਾ। ਹੁਣ ਭਾਈਚਾਰੇ ਵੱਲੋਂ ਹੁਣ ਤੱਕ ਇਹਦੇ ਖਿਲਾਫ ਕੀ ਕਾਰਵਾਈਆਂ ਕੀਤੀਆਂ ਗਈਆਂ? ਭਾਈਚਾਰੇ ਵੱਲੋਂ ਬਹੁਤ ਜਗ੍ਹਾ ਤੇ ਜੀ ਰੋਸ ਮਾਰਚ ਕੱਢੇ ਗਏ ਆ, ਤਾਂ ਪੁਤਲਾ ਫੂਕਿਆ ਗਿਆ ਜੀ। ਇਹਨੂੰ ਬਰਾਦਰੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। FIR ਕਈ ਹੋ ਚੁੱਕੀਆਂ ਨੇ।
ਇਹਨੇ ਇੱਕ ਹਯਾਤੀ ਕਬਰ ਬਣਾਈ ਸੀ ਆਪਣੀ ਜੀ, ਇਹਦੀ ਉਹ ਕਬਰ ਤੋੜ ਦਿੱਤੀ ਗਈ ਹੈ। ਇਹਦਾ ਕੋਈ ਵੀ ਜਨਾਜ਼ਾ ਨਹੀਂ ਪੜਾਊਗਾ। ਪੂਰੀ ਮੁਸਲਿਮ ਬਰਾਦਰੀ ਦੇ ਵਿੱਚੋਂ ਇਹਨੂੰ ਬਾਹਰ ਕੱਢ ਦਿੱਤਾ ਗਿਆ ਹੈ। ਇਹਦੇ ਬੀਵੀ, ਇਹਦੇ ਬੱਚੇ, ਇਹਦੇ ਭਰਾ, ਸਾਰਾ ਪਰਿਵਾਰ ਇਹਨੂੰ ਛੱਡ ਚੁੱਕਿਆ ਕਿਉਂਕਿ ਇਹਨੇ ਹਰਕਤ ਇਦਾਂ ਦੀ ਕਰੀ ਹੈ। ਇਹ ਹੈ ਕੌਣ, ਬੈਕਗ੍ਰਾਉਂਡ ਕੀ ਹੈ ਜੀ? ਇਹ ਸ਼ੀਆ ਬੋਰਡ ਦਾ ਜੀ ਚੇਅਰਮੈਨ ਵੀ ਰਿਹਾ, ਉਹਦੇ ਵਿੱਚ ਵੀ ਕਾਫੀ ਕਪੜੇ ਕਰ ਰਹੇ ਆ, ਬੜੇ ਕੇਸ ਇਹਦੇ ਪਰ ਚੱਲਦੇ ਨੇ। ਇਹਦਾ ਕੁਝ ਬੈਕਗ੍ਰਾਉਂਡ ਕੁਝ ਬਹੁਤ ਚੰਗਾ ਨਹੀਂ ਹੈ। ਕੱਚੇ ਮੁਲਾਜ਼ਮਾਂ ਵੱਲੋਂ ਪੱਕਿਆਂ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਬੀਤੀ 12 ਮਾਰਚ ਨੂੰ ਪੰਜਾਬ ਦੇ ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਪਟਿਆਲਾ ਪਹੁੰਚ ਕੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ, ਜਿਸ ਦੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਲਈ 18 ਮਾਰਚ ਦੀ ਤਰੀਕ ਦਿੱਤੀ ਗਈ ਸੀ। ਲੇਕਿਨ ਸਰਕਾਰ ਵੱਲੋਂ 18 ਮਾਰਚ ਨੂੰ ਗੱਲਬਾਤ ਦੀ ਥਾਂ ਅੱਗੇ ਗੱਲ ਪਾਉਣ ਦੇ ਰੋਸ ਵਜੋਂ ਤਰਨਤਾਰਨ ਵਿਖੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਦੇਖੋ ਜੀ, ਮੈਂ ਵਾਟਰ ਸਪਲਾਈ ਤੋਂ ਕੁਲਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ। ਇਹ ਸਾਡਾ ਠੇਕਾ ਮੋਰਚਾ ਜਿਹੜਾ ਬੜੇ ਲੰਮੇ ਸਮੇਂ ਤੋਂ ਇਕੱਠ ਕੀਤਾ ਜਾ ਰਿਹਾ ਵਾ, ਬੜੇ ਲੰਮੇ ਸਮੇਂ ਤੋਂ ਜਿਹੜਾ ਵਾ 4.5 ਸਾਲ ਜਿਹੜੇ ਆ ਕੈਪਟਨ ਸਰਕਾਰ ਨੇ ਵੀ ਨਿਗਾਹ ਦਿੱਤੇ ਆ। ਇਹ ਜਦੋਂ ਸੱਤਾ ਵਿੱਚ ਸਰਕਾਰ ਆਈ ਸੀ, ਸਰਕਾਰ ਨੇ ਸੱਤਾ ਆਉਣ ਤੋਂ ਪਹਿਲਾਂ ਕਿਹਾ ਕਿ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਤੁਹਾਡਾ ਜਿਹੜਾ ਮਸਲਾ ਹੱਲ ਕੀਤਾ ਜਾਊਗਾ। ਉਹ ਫਿਰ ਵੀ ਕੁਝ ਕਰੋਨਾ ਦਾ ਬਹਾਨਾ ਲਾਏ, ਕੁਝ ਇਹੋ ਜਿਹਾ ਬਹਾਨੇ ਲਾ ਕੇ ਸਾਨੂੰ ਜਿਹੜਾ 4.5 ਸਾਲ ਜਿਹੜਾ ਮੰਗਾਂ ਲਮਕਾਈਆਂ ਜਾ ਰਹੀਆਂ। ਇਸ ਕਰਕੇ ਅਸੀਂ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਉਹ ਨਾ ਅਪਣਾਈ ਜਾਵੇ। ਸਾਡੀਆਂ ਮੰਗਾਂ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ, ਨਿਗੁਣੀਆਂ ਤਨਖਾਹਾਂ ਤੇ ਜਿਹੜੇ ਵਰਕਰ ਸਾਥੀ ਦੇ ਕੰਮ ਕਰਦੇ ਆ 24 ਘੰਟੇ ਜਿਹੜਾ ਕੰਮ ਲਿਆ ਜਾਂਦਾ ਵਾ। ਇਸ ਕਰਕੇ ਇੱਕ ਪੋਸਟ ਦੇ ਜਿਹੜੇ 4 ਪੋਸਟਾਂ ਦਾ ਕੰਮ ਇੱਕ ਮੁਲਾਜ਼ਮ ਜਿਹੜਾ ਸਾਡਾ ਕਰ ਰਿਹਾ। ਇਸ ਕਰਕੇ ਅਸੀਂ ਵਾਟਰ ਸਪਲਾਈ ਵਾਲੇ, ਪਣਬਸ ਵਾਲੇ, ਹੋਰ ਸਾਡੇ ਸਾਥੀ ਜਿਹੜੇ ਠੇਕਾ ਮੁਲਾਜ਼ਮ ਨੇ, ਉਹ ਬੜੇ ਲੰਮੇ ਸਮੇਂ ਤੋਂ ਇਹ ਦੁੱਖ ਜਿਹੜਾ ਚੱਲ ਰਹੇ ਆ। ਇਸ ਕਰਕੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਟਾਲ ਮਟੋਲ ਦੀ ਨੀਤੀ ਜਿਹੜੀ ਅਪਣਾਉਣੀ ਛੱਡੇ ਤੇ ਸਾਨੂੰ ਜਿਹੜਾ ਵਾਅਦਾ ਕੀਤਾ ਵਾ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ, ਉਹਦਾ ਕੀ ਪੂਰਾ ਕਰਨਾ ਸੀ। ਸਾਡੇ ਵਿੱਚ ਜਿਹੜੀਆਂ ਛਾਂਟੀਆਂ ਜਿਹੜੀਆਂ ਧੜ ਕੀਤੀਆਂ ਜਾ ਰਹੀਆਂ। ਇਸ ਕਰਕੇ ਅਸੀਂ ਕਹਿੰਦੇ ਕਿ ਸਾਨੂੰ ਮਹਿਕਮੇ 'ਚ ਲੈ ਕੇ ਰੈਗੂਲਰ ਕੀਤਾ ਜਾਵੇ। ਇਹ ਕੈਪਟਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੀ 18 ਤਰੀਕ ਦੀ ਮੀਟਿੰਗ ਰੱਦ ਕੀਤੀ ਆ, ਉਸ ਤੋਂ ਬਾਅਦ 30 ਤਰੀਕ ਦੀ ਮੀਟਿੰਗ ਦਿੱਤੀ ਆ। ਜੇ 30 ਤਰੀਕ ਨੂੰ ਸਾਡੇ ਨਾਲ ਮੀਟਿੰਗ ਕੈਪਟਨ ਸਰਕਾਰ ਨੇ ਨਾ ਕੀਤੀ ਤੇ ਅਗਲੇ ਜਿਹੜੇ ਸੰਘਰਸ਼ ਬਹੁਤ ਤਿੱਖੇ ਜਿਹੜੇ ਆ ਉਹ ਜ਼ਿਲ੍ਹਾ ਪੱਧਰੀ ਮੀਟਿੰਗਾਂ ਕਰਕੇ ਤਿੱਖੇ ਸੰਘਰਸ਼ ਜਿਹੜੇ ਉਹ ਲਿਖੇ ਜਾਣਗੇ। ਸਕੂਲੀ ਫੀਸਾਂ ਨੂੰ ਲੈ ਕੇ ਮਾਪਿਆਂ ਨੇ ਦਿਨ ਰਾਤ ਸੰਘਰਸ਼ ਕੀਤਾ, ਪਰ ਹਾਈ ਕੋਰਟ ਨੇ ਫੈਸਲੇ ਤੇ ਮਾਪਿਆਂ ਨੂੰ ਕੋਈ ਵੀ ਰਾਹਤ ਨਾ ਦਿੱਤੀ। ਹੁਣ ਸਕੂਲਾਂ ਨੇ ਸਕੂਲ ਫੀਸ ਦੇ ਨਾਲ-ਨਾਲ ਸਾਲਾਨਾ ਚਾਰਜ ਵੀ ਵਸੂਲੀ ਵੀ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਪੇਸ਼ ਆਇਆ, ਜਿੱਥੇ ਸੈਂਟ ਫਰਾਂਸਿਸ ਸਕੂਲ ਦੇ ਬਾਹਰ ਮਾਪਿਆਂ ਨੇ ਇਕੱਠੇ ਹੋ ਕੇ ਜੰਮ ਕੇ ਹੰਗਾਮਾ ਕੀਤਾ। ਮਾਪਿਆਂ ਦਾ ਕਹਿਣਾ ਹੈ ਕਿ ਕਰੋਨਾ ਦੇ ਕਾਰਨ ਸਕੂਲ ਬੰਦ, ਫਿਰ ਵੀ ਉਹ ਸਾਲਾਨਾ ਚਾਰਜ ਕਿਉਂ ਜਮ੍ਹਾਂ ਕਰਵਾਉਣ। ਉਹਨਾਂ ਨੇ ਕਿਹਾ ਕਿ ਉਹ ਟਿਊਸ਼ਨ ਫੀਸ ਤੋਂ ਇਲਾਵਾ ਹੋਰ ਕੋਈ ਚਾਰਜ ਨਹੀਂ ਦੇ ਸਕਦੇ ਹਨ। ਬੇਸਿਕਲੀ ਅਸੀਂ ਇੱਥੇ ਲੱਗੇ ਆ ਕਿ ਟੂ ਮੇਨਟੇਨ ਦਾ ਲਾਅ ਐਂਡ ਆਰਡਰ, ਜਿਹੜਾ ਵੀ ਲਾਅ ਐਂਡ ਆਰਡਰ ਉਹਦੀ ਪੂਰੀ ਤਰ੍ਹਾਂ ਵੇਖਿਆ ਜਾਏ, ਕਿਸੇ ਤਰ੍ਹਾਂ ਦਾ ਕਿਸੇ ਨੂੰ ਕਿਸੇ ਤਰ੍ਹਾਂ ਕੋਈ ਸੱਟ ਨੁਕਸਾਨ ਜਾਂ ਕਿਸੇ ਤਰ੍ਹਾਂ ਦੀ ਕੋਈ ਮਾੜੀ ਸ਼ਰਾਰਤੀ ਅਨਸਰ ਕੋਈ ਹਰਕਤ ਨਾ ਕਰ ਜੇ। ਐਂਡ ਸੈਕੰਡਲੀ ਜਿਹੜੀ ਪੇਰੈਂਟਸ ਐਂਡ ਮੈਨੇਜਮੈਂਟ ਦੀ ਡਿਸਕਸ਼ਨ ਹੈਗੀ ਆ ਫੀਸ ਨੂੰ ਰਿਲੇਟਡ ਜਿਹੜਾ ਹੈਗਾ ਵਾ, ਉਹ ਤਾਂ ਇਹਨਾਂ ਨੇ ਆਪ 'ਚ ਸੋਲਵ ਕਰਨੀ ਹੈ। ਜਿਹੜੇ ਇਹਨਾਂ ਵੱਲੋਂ ਲਗਾਏ ਗਏ ਐਲੀਗੇਸ਼ਨ ਕਿ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੀ ਆਰਡਰਾਂ ਦੀ ਉਲੰਘਣਾ ਕਰਕੇ ਇਹਨਾਂ ਨੇ ਸਾਡੇ ਕੋਲ ਫੀਸ ਵਸੂਲੀ ਹੈ, ਤੇ ਇਹ ਪ੍ਰੂਫ ਦੇਣ, ਸਾਨੂੰ ਰਿਟਨ ਐਪਲੀਕੇਸ਼ਨ ਦੇ, ਜੋ ਵੀ ਬਣਦੀ ਕਾਰਵਾਈ ਹੋਗੀ ਆਪਾਂ ਕਰਾਂਗੇ। ਅੱਜ ਸੈਂਟ ਫਰਾਂਸਿਸ ਸਕੂਲ ਜਦੋਂ ਆਪਾਂ ਬੱਚਿਆਂ ਦੀ ਐਡਮਿਸ਼ਨ ਕਰਾਉਣ ਆਏ ਆ, ਕੱਲ ਦਾ ਹੀ ਇੱਥੇ ਇਹ ਇਸ਼ੂ ਸ਼ੁਰੂ ਹੋਇਆ ਸੀ ਵੀ ਜਿਹੜੇ ਸੈਂਟ ਫਰਾਂਸਿਸ ਸਕੂਲ ਵਾਲੇ ਨੇ ਉਹ ਆਪਾਂ ਹਰ ਬੱਚੇ ਕੋ ਐਨੂਅਲ ਫੀਸ ਜਿਹੜੀ ਇਹ ਪੇਡ ਕਰ ਰਹੇ ਨੇ। ਪਿਛਲੇ ਸਾਲ ਵੀ ਜਦੋਂ ਇਹਨਾਂ ਨੇ ਫਰਵਰੀ ਦੇ ਵਿੱਚ ਆਪਣੀਆਂ ਐਡਮਿਸ਼ਨਾਂ ਕਰ ਲਈਆਂ ਤੇ ਲੋਕਡਾਊਨ ਲੱਗ ਗਿਆ। ਲੋਕਡਾਊਨ ਲੱਗਣ ਕਰਕੇ ਸਭ ਪੇਰੈਂਟਸ ਨੇ ਐਡਮਿਸ਼ਨ ਕਰਾ ਲਈ ਸੀ। ਉਹ ਐਡਮਿਸ਼ਨ ਹੋਣ ਤੋਂ ਬਾਅਦ ਲੋਕਡਾਊਨ ਲੱਗਾ ਰਿਹਾ ਤੇ ਇਹ ਆਪਣੀ ਟਿਊਸ਼ਨ ਫੀਸ ਲੈਂਦੇ ਰਹੇ, ਆਨਲਾਈਨ ਕਲਾਸਾਂ ਲੱਗਦੀਆਂ ਰਹੀਆਂ, ਬੱਚੇ ਪੜ੍ਹਦੇ ਰਹੇ। ਤੁਸੀਂ ਸਾਰੇ ਜਾਣਦੇ ਹੋ ਆਨਲਾਈਨ ਕਲਾਸਾਂ ਦੇ ਬੱਚੇ ਕਿੰਨੀ ਕੁ ਰਾਈਜ਼ ਕਰ ਸਕਦੇ ਨੇ, ਉਹਨਾਂ ਨੂੰ ਕਿੰਨੀ ਗਰੋਥ ਮਿਲ ਸਕਦੀ ਹੈ, ਉਹ ਪੜ੍ਹ ਕੇ ਕਿੰਨੇ ਕੁ ਸਟੇਟਸ ਤੱਕ ਜਾ ਸਕਦੇ ਨੇ। ਉਹ ਇੱਕ ਸਿਰਫ ਫੀਸਾਂ ਹਾਸਲ ਕਰਨ ਦਾ ਇੱਕ ਤਰੀਕਾ ਹੈ ਵੀ ਆਪਾਂ ਐਨੂਅਲ ਫੀਸਾਂ ਦੇਈਏ। ਬਾਕੀ ਇਹਨਾਂ ਨੇ ਆਪਣੇ ਜਿਹੜੇ ਟੀਚਰ ਨੇ ਉਹਨਾਂ ਨੂੰ ਵੀ ਕਈ ਮਹੀਨਿਆਂ ਦੀਆਂ ਤਨਖਾਹਾਂ ਜਿਹੜੀਆਂ ਨਹੀਂ ਦਿੱਤੀਆਂ, ਪਰ ਪੇਰੈਂਟਸ ਕੋਲੋਂ ਫੀਸਾਂ ਜਿਹੜੀਆਂ ਚਾਰਜ ਕੀਤੀਆਂ ਨੇ। ਹੁਣ ਇਸ ਸਾਲ ਵੀ ਇਹਨਾਂ ਨੇ ਆਪਣੀ ਜਿਹੜੀ ਐਡਮਿਸ਼ਨ ਕੱਢੀ ਹੈ ਮਾਰਚ ਦੇ ਵਿੱਚ, ਜੇ ਕਿਸੇ ਦੇ ਬੱਚੇ ਦੀ ਸਿਰਫ ਮਾਰਚ ਮਹੀਨੇ ਦੀ ਜਿਹੜੀ ਇਹਨਾਂ ਨੇ ਕਾਰਡ ਵੀ ਨਹੀਂ ਭੇਜੇ ਪੇਰੈਂਟਸ ਦੇ ਘਰ, ਮਾਰਚ ਦੀ ਮਹੀਨੇ ਦੇ ਕਾਰਡ ਵੀ ਪੇਰੈਂਟਸ ਨੂੰ ਨਹੀਂ ਪਹੁੰਚੇ। ਤੇ ਜੇ ਕੋਈ ਆਪਣਾ ਬੱਚੇ ਦੀ ਇੱਥੇ ਦੇਖਣ ਆਇਆ ਵੀ ਮੇਰਾ ਰਿਜ਼ਲਟ ਕੀ ਹੈ, ਉਹ ਕਹਿੰਦੇ ਜੀ ਪਹਿਲਾਂ ਫੀਸ ਤਾਰ ਕੇ ਆਓ ਫਿਰ ਰਿਜ਼ਲਟ ਦੇਵਾਂਗੇ। ਸਿਰਫ ਜੇ ਤੇ ਤੁਸੀਂ ਕਾਰਡ ਭੇਜੇ ਆ ਕਿਸੇ ਦੇ ਘਰ ਤੇ ਫਿਰ ਤੁਸੀਂ ਕਹੋ ਵੀ ਤੁਸੀਂ ਫੀਸ ਨਹੀਂ ਤਾਰੀ, ਤੁਸੀਂ ਪੇਰੈਂਟਸ ਨੂੰ ਕਾਰਡ ਹੀ ਪ੍ਰੋਵਾਈਡ ਨਹੀਂ ਕਰਾਏ ਤੇ ਫੀਸ ਤਾਰਨ ਨੂੰ ਕਹਿ ਰਹੇ ਪਹਿਲਾਂ ਫੀਸ ਤਾਰੋ ਫਿਰ ਹੀ ਤੁਹਾਨੂੰ ਦਿਆਂਗੇ। ਇਹਦੇ ਧਾਂਦਲੀ, ਇਹਦਾ ਮਤਲਬ ਪੂਰੀ ਤਰ੍ਹਾਂ ਨਾਦਰਸ਼ਾਹੀ ਹੁਕਮ ਦੇ ਜਾਰੀ ਕਰ ਰਹੇ ਫਾਦਰ ਵੀ ਆਪਾਂ ਪਹਿਲਾਂ ਫੀਸ ਲਾਂਗੇ ਫਿਰ ਤੁਹਾਨੂੰ ਦੱਸਾਂਗੇ ਜੀ ਤੁਹਾਡਾ ਬੱਚਾ ਪਾਸ ਆ ਕੇ ਫੇਲ ਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਰਾਸ਼ਨ ਸਕੀਮ ਮੁੱਖ ਮੰਤਰੀ ਘਰ ਘਰ ਰਾਸ਼ਨ ਯੋਜਨਾ ਨਾਲ ਜੁੜੇ ਮਾਮਲੇ ਤੇ ਸਮੀਖਿਆ ਮੁਲਾਕਾਤ ਦਾ ਸੱਦਾ ਦਿੱਤਾ ਹੈ, ਜਿਸ ਤੇ ਦਿੱਲੀ ਦੇ ਖੁਰਾਕ ਅਤੇ ਸਪਲਾਈ ਮੰਤਰੀ ਵੀ ਹਾਜ਼ਰ ਰਹਿਣਗੇ। ਜ਼ਿਕਰਯੋਗ ਹੈ ਕਿ ਕੇਂਦਰ ਨੇ ਯੂਟੀ ਸਰਕਾਰ ਦੀ ਯੋਜਨਾ ਨੂੰ ਰੋਕ ਦਿੱਤਾ ਹੈ,
ਜੋ 25 ਮਾਰਚ ਨੂੰ ਜਾਰੀ ਕੀਤੀ ਜਾਣੀ ਸੀ। ਦਿੱਲੀ ਤੋਂ ਲਖਨਊ ਜਾ ਰਹੀ ਲਖਨਊ ਸ਼ਤਾਬਦੀ ਦੇ ਜਨਰੇਟਰ ਕਾਰ ਵਿੱਚ ਅਚਾਨਕ ਅੱਗ ਲੱਗ ਗਈ ਸੀ। ਗਾਜ਼ੀਆਬਾਦ ਸਟੇਸ਼ਨ ਤੇ ਫਾਇਰ ਕਰਮਚਾਰੀਆਂ ਨੇ ਅੱਗ ਬੁਝਾਉਣ ਲਈ ਬੁਲਾਇਆ ਗਿਆ। ਰੇਲ ਗੱਡੀ ਵਿੱਚ ਅੱਗ ਲੱਗਣ ਦੀ ਖਬਰ ਤੋਂ ਬਾਅਦ ਹਲਚਲ ਮਚ ਗਈ। ਫਿਲਹਾਲ ਪ੍ਰਭਾਵਿਤ ਕੋਚ ਨੂੰ ਅੱਗ ਅਲੱਗ ਕਰ ਦਿੱਤਾ ਗਿਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਰੇਲਵੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੋਰੋਨਾ ਦੀਆਂ 1.5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦਿਵਾਉਣ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਧੰਨਵਾਦ ਵੀ ਕੀਤਾ ਗਿਆ। ਡੋਜ਼ ਸਾਂਝੀ ਕਰਨ ਦੀ ਇਹ ਡੀਲ ਅਜੇ ਪੂਰੀ ਤਰ੍ਹਾਂ ਸਿਰੇ ਵੀ ਨਹੀਂ ਚੜੀ ਸੀ ਕਿ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਵੈਕਸੀਨ ਹੀ ਇਸ ਮਹਾਮਾਰੀ ਵਿੱਚੋਂ ਬਾਹਰ ਕੱਢਣ ਦਾ ਰਾਹ ਹੈ। ਉਹਨਾਂ ਆਖਿਆ ਕਿ ਅਸੀਂ ਅਮਰੀਕੀ ਪ੍ਰਸ਼ਾਸਨ ਨਾਲ ਇਸ ਬਾਰੇ ਡੀਲ ਫਾਈਨਲ ਕਰ ਰਹੇ ਹਾਂ। ਵੀਰਵਾਰ ਨੂੰ ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ ਸੀ ਕਿ ਜੇ ਇਹ ਡੀਲ ਸਿਰੇ ਚੜ ਜਾਂਦੀ ਹੈ ਤਾਂ ਅਮਰੀਕਾ ਇਸ ਮਹੀਨੇ ਦੇ ਅੰਤ ਤੱਕ ਲੋਨ ਐਗਰੀਮੈਂਟ ਤਹਿਤ ਕੈਨੇਡਾ ਨੂੰ ਕੋਰੋਨਾ ਦੀਆਂ 1.5 ਮਿਲੀਅਨ ਡੋਜ਼ਾਂ ਦੇਵੇਗਾ। ਟਰੂਡੋ ਨੇ ਆਖਿਆ ਕਿ ਅਸੀਂ ਬਾਈਡਨ ਪ੍ਰਸ਼ਾਸਨ ਨਾਲ ਕਈ ਮੁਹਾਜ਼ ਉੱਤੇ ਮਿਲ ਕੇ ਕੰਮ ਕਰਦੇ ਆ ਰਹੇ ਹਨ ਤੇ ਇਸ ਵਿੱਚ ਵੈਕਸੀਨ ਵੀ ਸ਼ਾਮਿਲ ਹੈ। ਉਹਨਾਂ ਸਹਿਯੋਗ ਦੇਣ ਲਈ ਰਾਸ਼ਟਰਪਤੀ ਬਾਈਡਨ ਦਾ ਧੰਨਵਾਦ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕੈਨੇਡਾ ਤੇ ਅਮਰੀਕਾ ਇੱਕ ਦੂਜੇ ਦੇ ਨੇੜਲੇ ਦੋਸਤ ਹਨ, ਅਹਿਮ ਭਾਈਵਾਲ ਹਨ। ਉਹਨਾਂ ਆਖਿਆ ਕਿ ਉਹ ਜਾਣਦੇ ਹਨ ਕਿ ਕੈਨੇਡੀਅਨ ਤੇ ਅਮਰੀਕਨਜ਼ ਦੀ ਸੁਰੱਖਿਆ ਰੱਖਣ ਲਈ ਅਸੀਂ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਓਨਟਾਰੀਓ ਦੇ ਉੱਘੇ ਡਾਕਟਰ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਇਸ ਸਮੇਂ ਪ੍ਰੋਵਿੰਸ ਵਿੱਚ ਕੋਵਿਡ-19 ਮਹਾਮਾਰੀ ਦੀ ਤੇਜ਼ੀ ਨਾਲ ਵੇਵ ਸ਼ੁਰੂ ਹੋ ਚੁੱਕੀ ਹੈ। ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾਕਟਰ ਡੇਵਿਡ ਵਿਲੀਅਮਸ ਨੇ ਇਹ ਟਿੱਪਣੀ ਕਰਦੇ ਸਮੇਂ ਉਸ ਸਮੇਂ ਕੀਤੀ ਜਦੋਂ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਮਿਲਣ ਲੱਗੀਆਂ। ਵਿਲੀਅਮਸ ਨੇ ਆਖਿਆ ਕਿ ਅਸੀਂ ਤੀਜੀ ਵੇਵ ਵਿੱਚ ਜ਼ਰੂਰ ਹਨ, ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹ ਵੇਵ ਕਿਹੋ ਜਿਹੀ ਹੋਵੇਗੀ। ਓਨਟਾਰੀਓ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ ਪ੍ਰੋਵਿੰਸ ਵੱਲੋਂ ਨਵੀਂ ਇਨਫੈਕਸ਼ਨ ਦੇ 1974 ਮਾਮਲੇ ਦਰਜ ਕੀਤੇ ਗਏ ਹਨ। ਬੁੱਧਵਾਰ ਨੂੰ 1508 ਅਤੇ ਅੱਜ 1553 ਮਾਮਲੇ ਦਰਜ ਕੀਤੇ ਗਏ ਹਨ। ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲਿਆਂ ਦੀ 7 ਦਿਨ ਦੀ ਔਸਤ ਹੁਣ 1427 ਤੱਕ ਅੱਪੜ ਗਈ ਹੈ। ਇੱਕ ਹਫ਼ਤੇ ਪਹਿਲਾਂ ਇਹ ਅੰਕੜਾ 1252 ਸੀ, ਜਦਕਿ 2 ਹਫ਼ਤਿਆਂ ਦੇ ਪਹਿਲਾਂ ਅੱਜ ਦੇ ਦਿਨ ਇਹਨਾਂ ਮਾਮਲਿਆਂ ਦੀ ਗਿਣਤੀ 1000। ਕੈਨੇਡਾ ਅਮਰੀਕਾ ਸਰਹੱਦ ਉੱਤੇ ਗੈਰ ਜ਼ਰੂਰੀ ਟਰੈਵਲ ਸੰਬੰਧੀ ਪਾਬੰਦੀਆਂ ਅਜੇ ਇੱਕ ਹੋਰ ਮਹੀਨੇ ਤੱਕ ਜਾਰੀ ਰਹਿਣਗੀਆਂ। ਪਬਲਿਕ ਸੇਫਟੀ ਅਤੇ ਐਮਰਜੈਂਸੀ ਪ੍ਰੀਪੇਅਰਡਨੈਸ ਮੰਤਰੀ ਬਿਲ ਬਲੇਅਰ ਨੇ ਵੱਲੋਂ ਵੀਰਵਾਰ ਨੂੰ ਇਹ ਪੁਸ਼ਟੀ ਕੀਤੀ ਗਈ। ਇਹ ਪਾਬੰਦੀਆਂ 21 ਅਪ੍ਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ। ਬਲੇਅਰ ਨੇ ਟਵੀਟ ਕਰਕੇ ਆਖਿਆ ਕਿ ਅਸੀਂ ਇਸ ਸਬੰਧ ਵਿੱਚ ਆਪਣਾ ਫੈਸਲਾ ਕੋਵਿਡ-19 ਤੋਂ ਹਮੇਸ਼ਾ ਕੈਨੇਡੀਅਨਾਂ ਨੂੰ ਸੇਫ ਰੱਖਣ ਲਈ ਬਿਹਤਰੀਨ ਪਬਲਿਕ ਹੈਲਥ ਸਲਾਹ ਦੇ ਹਿਸਾਬ ਨਾਲ ਲਿਆ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੌਂਟਰੀਅਲ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵੱਲੋਂ ਕੁਝ ਦਿਨ ਬਾਅਦ ਹੀ ਇਹ ਪੁਸ਼ਟੀ ਕੀਤੀ ਗਈ। ਇਸ ਕਾਨਫਰੰਸ ਵਿੱਚ ਟਰੂਡੋ ਨੇ ਆਖਿਆ ਕਿ ਸਰਹੱਦਾਂ ਵੀ ਹੌਲੀ-ਹੌਲੀ ਖੋਲ੍ਹ ਦਿੱਤੀਆਂ ਜਾਣਗੀਆਂ, ਪਰ ਹਾਲ ਦੀ ਘੜੀ ਨਹੀਂ। ਟਰੂਡੋ ਨੇ ਆਖਿਆ ਕਿ ਅਸੀਂ ਸਾਰੇ ਹੀ ਟਰੈਵਲ ਕਰਨ ਦੇ ਲਈ ਕਾਲੇ ਹਨ, ਪਰ ਸਾਨੂੰ ਅਜਿਹੇ ਹਾਲਾਤਾਂ ਦੀ ਉਡੀਕ ਕਰਨੀ ਹੋਵੇਗੀ ਜਦੋਂ ਸਰਹੱਦੀ ਪਾਬੰਦੀਆਂ ਨੂੰ ਹਟਾਇਆ ਜਾਵੇ। ਸਰਹੱਦੀ ਪਾਬੰਦੀਆਂ ਨੂੰ ਹਟਾਉਣ ਦਾ ਅਜੇ ਸਹੀ ਸਮਾਂ ਨਹੀਂ ਆਇਆ ਹੈ। ਓਨਟਾਰੀਓ ਦੀ ਯਾਰਕ ਰੀਜਨਲ ਪੁਲਿਸ ਨਾਲ ਸੰਬੰਧਿਤ ਜਾਂਚਕਾਰਾਂ ਨੇ 170 ਜੁਰਮਾਂ ਨਾਲ ਜੁੜੇ 18 ਵਿਅਕਤੀਆਂ ਨੂੰ ਚਾਰਜ ਕੀਤਾ ਹੈ। ਇਹਨਾਂ ਕੋਲੋਂ 4.5 ਮਿਲੀਅਨ ਡਾਲਰ ਦੀਆਂ ਚੋਰੀ ਕੀਤੀਆਂ ਹਾਈ ਐਂਡ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਇਹ ਸਾਰੀ ਕਾਰਵਾਈ ਪ੍ਰੋਜੈਕਟ ਮੈਜੈਸਟਿਕ ਤਹਿਤ ਕੀਤੀ ਗਈ। ਜਾਰੀ ਕੀਤੀ ਗਈ ਰਿਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਇਹ ਪ੍ਰੋਜੈਕਟ GTA ਇਸ ਦੇ ਆਲੇ ਦੁਆਲੇ ਚੋਰੀ ਹੋਈਆਂ ਲੈਕਸਸ, ਟੋਇਟਾ ਤੇ ਹੋਂਡਾ XUV ਕਾਰਾਂ ਉੱਤੇ ਕੇਂਦਰਿਤ ਸੀ। 2 ਮਹੀਨਿਆਂ ਦੀ ਜਾਂਚ ਤੋਂ ਬਾਅਦ 16 ਮਾਰਚ ਨੂੰ ਪੁਲਿਸ ਨੇ GTA ਤੇ ਬ੍ਰੌਸਫੋਰਡ ਕਿਊਬਿਕ ਵਿੱਚ 8 ਸਰਚ ਵਾਰੰਟ ਕਢਵਾ ਕੇ ਛਾਪੇਮਾਰੀ ਕੀਤੀ ਗਈ ਸੀ। ਇਹਨਾਂ ਵਿੱਚ ਦੱਸਣਯੋਗ ਹੈ ਕਿ ਇਹ ਗੱਡੀਆਂ ਚੋਰੀ ਕਰਕੇ ਮੌਂਟਰੀਅਲ ਲਿਜਾਈਆਂ ਜਾਂਦੀਆਂ ਹਨ ਤੇ ਮੁੜ ਵੇਚਣ ਲਈ ਇਹਨਾਂ ਨੂੰ ਸਮੁੰਦਰੋਂ ਪਾਰ ਭੇਜ ਦਿੱਤਾ ਜਾਂਦਾ ਸੀ। ਅਜਿਹੀਆਂ ਗੱਡੀਆਂ ਬਹੁਤਾ ਕਰਕੇ ਅਫਰੀਕਾ ਜਾਂ ਯੂਨਾਈਟਿਡ ਅਰਬ ਅਮੀਰਾਤ ਦੇ ਖਰੀਦਦਾਰਾਂ ਲਈ ਭੇਜੀਆਂ ਜਾਂਦੀਆਂ ਸਨ। ਇਹ ਸਾਰੀ ਜਾਂਚ ਦੇ ਨਤੀਜੇ ਵਜੋਂ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਉੱਤੇ 177 ਚਾਰਜ ਲਾਏ ਗਏ ਹਨ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਕੱਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।